ਰਮਨ ਦਾ ਵਿਆਹ ਹੁੰਦਾ ਹੈ। ਫੇਰਿਆਂ ਤੋਂ ਬਾਅਦ ਉਸ ਦੀ ਵਿਦਾਈ ਹੋ ਗਈ ਤੇ ਉਹ ਲੰਮਾ ਸਫ਼ਰ ਤੈਅ ਕਰਕੇ ਇੱਕ ਪਿੰਡ ਆ ਗਈ। ਜਿਵੇਂ ਹੀ ਰਮਨ ਆਪਣੇ ਸਹੁਰੇ ਘਰ ਪਹੁੰਚੀ ਤਾਂ ਉਸ ਨੂੰ ਇੱਕ ਕਮਰੇ ਵਿੱਚ ਬਿਠਾ ਦਿੱਤਾ ਗਿਆ। ਰਮਨ ਇੱਕ ਪੜ੍ਹੀ ਲਿਖੀ ਕੁੜੀ ਸੀ। ਉਸ ਦੇ ਮਾਤਾ-ਪਿਤਾ ਨੇ ਉਸ ਦੀ ਮਰਜ਼ੀ ਦੇ ਖਿਲਾਫ ਉਸ ਦਾ ਵਿਆਹ ਇੱਕ ਪਿੰਡ ਵਿੱਚ ਕਰ ਦਿੱਤਾ ਸੀ। ਰਮਨ ਆਪਣੀ ਕਿਸਮਤ 'ਤੇ ਰੋ ਰਹੀ ਸੀ। ਹੋਰ ਇਸ ਤੋਂ ਇਲਾਵਾ ਕਰ ਵੀ ਕੀ ਸਕਦੀ ਸੀ। ਬਸ ਬੈਠੀ ਰੋਂਦੀ ਰਹੀ। ਕੁਝ ਦੇਰ ਬਾਅਦ ਉਸ ਦਾ ਪਤੀ ਅੰਦਰ ਆਇਆ। ਰਮਨ ਨੇ ਉਸ ਵੱਲ ਥੋੜ੍ਹੀ ਜਿਹੀ ਨਿਗਾਹ ਮਾਰੀ ਤਾਂ ਉਹ ਉਸ ਨੂੰ ਗਵਾਰ ਜਿਹਾ ਲੱਗਿਆ। ਉਸ ਦਾ ਰੰਗ ਥੋੜ੍ਹਾ ਪੱਕਾ ਸੀ। ਉਹ ਰਮਨ ਦੇ ਸਾਹਮਣੇ ਆ ਕੇ ਬੈਠ ਗਿਆ ਤੇ ਮੁਸਕਰਾ ਕੇ ਉਸ ਵੱਲ ਦੇਖਣ ਲੱਗ ਪਿਆ। ਉਸ ਦਾ ਇਸ ਤਰ੍ਹਾਂ ਵੇਖਣਾ ਰਮਨ ਨੂੰ ਬੁਰਾ ਲੱਗ ਰਿਹਾ ਸੀ। ਉਹ ਰਮਨ ਨੂੰ ਥੋੜ੍ਹਾ ਜਿਹਾ ਵੀ ਪਸੰਦ ਨਹੀਂ ਸੀ ਤੇ ਉਸ ਨੇ ਰਮਨ ਨੂੰ ਕਿਹਾ, ਮੈਂ ਬਹੁਤ ਕਿਸਮਤ ਵਾਲਾ ਹਾਂ ਕਿ ਮੈਨੂੰ ਤੁਹਾਡੇ ਵਰਗੀ ਸੁੰਦਰ ਤੇ ਪੜ੍ਹੀ ਲਿਖੀ ਪਤਨੀ ਮਿਲੀ ਹੈ। ਰਮਨ ਨੇ ਵੀ ਤੁਰੰਤ ਉਸ ਨੂੰ ਜਵਾਬ ਦਿੱਤਾ ਤੇ ਕਿਹਾ ਕਿ ਮੈਂ ਬਹੁਤ ਬਦਕਿਸਮਤ ਹਾਂ ਕਿ ਮੈਨੂੰ ਤੁਹਾਡੇ ਵਰਗਾ ਪਤੀ ਮਿਲਿਆ ਹੈ। ਇਹ ਸੁਣ ਕੇ ਉਸ ਦਾ ਚਿਹਰਾ ਫਿੱਕਾ ਪੈ ਗਿਆ। ਉਸ ਨੂੰ ਸ਼ਾਇਦ ਰਮਨ ਤੋਂ ਇਸ ਤਰ੍ਹਾਂ ਦੀ ਕੋਈ ਉਮੀਦ ਨਹੀਂ ਸੀ। ਰਮਨ ਦਾ ਮਨ ਬਹੁਤ ਖਰਾਬ ਸੀ ਕਿਉਂਕਿ ਉਸ ਦੇ ਮਾਪਿਆਂ ਨੇ ਬਹੁਤ ਮਨਾ ਕਰਨ ਤੋਂ ਬਾਅਦ ਵੀ ਉਸ ਦਾ ਵਿਆਹ ਪਿੰਡ ਵਿੱਚ ਕਰਵਾ ਦਿੱਤਾ। ਜਦੋਂ ਰਮਨ ਨੇ ਨਾ ਕੀਤੀ ਤਾਂ ਉਸ ਦੇ ਮਾਪਿਆਂ ਨੇ ਕਿਹਾ ਕਿ ਮੁੰਡਾ ਬਹੁਤ ਚੰਗਾ ਹੈ, ਉਸ ਦੀ ਆਪਣੀ ਜ਼ਮੀਨ ਹੈ ਤੇ ਉਹ ਖੇਤੀ ਕਰਦਾ ਹੈ। ਉਹ ਚੰਗੇ ਪਰਿਵਾਰ ਵਿੱਚੋਂ ਹੈ ਤੇ ਚੰਗੀ ਕਮਾਈ ਕਰਦਾ ਹੈ। ਤੁਸੀਂ ਉੱਥੇ ਬਹੁਤ ਖੁਸ਼ ਰਹੋਗੇ। ਪਰ ਕੀ ਖੁਸ਼ੀ ਸਿਰਫ ਚੰਗੀ ਕਮਾਈ ਤੇ ਚੰਗੇ ਪਰਿਵਾਰ ਤੱਕ ਸੀਮਿਤ ਹੁੰਦੀ ਹੈ? ਉਸ ਦੀ ਖੁਸ਼ੀ ਕੋਈ ਮਾਇਨੇ ਨਹੀਂ ਰੱਖਦੀ ਸੀ। ਰਮਨ ਦੇ ਮਨ ਵਿੱਚ ਕਈ ਵਿਚਾਰਾਂ ਦੀ ਭਰਮਾਰ ਸੀ। ਉਹ ਬਹੁਤ ਗੁੱਸੇ ਵਿੱਚ ਸੀ। ਉਸ ਦਾ ਵਿਵਹਾਰ, ਉਸ ਦੇ ਬੋਲ ਉਸ ਦੇ ਵੱਸ ਵਿੱਚ ਨਹੀਂ ਸਨ। ਰਮਨ ਆਪਣਾ ਸਾਰਾ ਗੁੱਸਾ ਆਪਣੇ ਪਤੀ ਦਲਬੀਰ ਤੇ ਕੱਢਣਾ ਚਾਹੁੰਦੀ ਸੀ। ਦਲਬੀਰ ਨੇ ਕਿਹਾ, ਰਮਨ ਤੈਨੂੰ ਕੀ ਹੋ ਗਿਆ ਹੈ? ਤੁਸੀਂ ਠੀਕ ਤਾਂ ਹੋ? ਇਹ ਕੀ ਕਹਿ ਰਹੀ ਹੈ? ਰਮਨ ਨੇ ਕਿਹਾ, ਮੈਂ ਸਹੀ ਕਹਿ ਰਹੀ ਹਾਂ। ਤੇਰੀ ਔਕਾਤ ਨਹੀਂ ਮੇਰੇ ਮੂੰਹ ਲੱਗਣ ਦੀ। ਕੀ ਤੁਸੀਂ ਮੇਰੇ ਕਾਬਿਲ ਹੋ? ਜੇ ਤੁਹਾਨੂੰ ਅਜਿਹਾ ਲੱਗਦਾ ਹੈ ਤਾਂ ਇਹ ਤੁਹਾਡੀ ਬਹੁਤ ਵੱਡੀ ਗਲਤਫਹਿਮੀ ਹੈ। ਪਹਿਲਾਂ ਜਾ ਕੇ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਦੇਖੋ, ਫਿਰ ਮੇਰੇ ਨਾਲ ਗੱਲ ਕਰਨਾ। ਤੁਸੀਂ ਪੜ੍ਹੇ ਲਿਖੇ ਵੀ ਨਹੀਂ ਹੋ ਤੇ ਨਾ ਹੀ ਵੇਖਣ ਵਿੱਚ ਸੋਹਣੇ ਲੱਗਦੇ ਹੋ। ਪਤਾ ਨਹੀਂ ਮੰਮੀ ਪਾਪਾ ਨੇ ਤੁਹਾਡੇ ਵਿੱਚ ਕੀ ਵੇਖ ਕੇ ਮੇਰੀ ਜ਼ਿੰਦਗੀ ਖਰਾਬ ਕਰ ਦਿੱਤੀ ਹੈ। ਇਹ ਕਹਿ ਕੇ ਰਮਨ ਰੋਣ ਲੱਗ ਪਈ। ਦਲਬੀਰ ਚੁੱਪ ਕਰਕੇ ਬੈਠ ਗਿਆ ਤੇ ਬਹੁਤ ਨਿਰਾਸ਼ਾ ਵਿੱਚ ਸੀ। ਉਦੋਂ ਹੀ ਰਮਨ ਨੇ ਕਿਹਾ, ਮੈਂ ਕਿਸੇ ਹੋਰ ਨੂੰ ਪਿਆਰ ਕਰਦੀ ਹਾਂ ਤੇ ਮੈਂ ਤੁਹਾਡੇ ਨਾਲ ਬਿਲਕੁਲ ਨਹੀਂ ਰਹਿ ਸਕਦੀ। ਇਹ ਸੁਣ ਕੇ ਦਲਬੀਰ ਹੈਰਾਨ ਰਹਿ ਗਿਆ ਤੇ ਉਸਨੇ ਕਿਹਾ, ਰਮਨ ਇਹ ਕੀ ਬਕਵਾਸ ਕਰ ਰਹੀ ਹੈ? ਤੁਸੀਂ ਹੋਸ਼ ਵਿੱਚ ਤਾਂ ਹੋ? ਰਮਨ ਨੇ ਕਿਹਾ, ਇਸ ਵਿੱਚ ਹੈਰਾਨੀ ਵਾਲੀ ਕੀ ਗੱਲ ਹੈ? ਜਿਸ ਨਾਲ ਮੈਂ ਪਿਆਰ ਕਰਦੀ ਹਾਂ ਉਹ ਤੁਹਾਡੇ ਨਾਲ 1000 ਗੁਣਾ ਚੰਗਾ ਹੈ। ਉਹ ਪੜ੍ਹਿਆ ਲਿਖਿਆ ਹੈ ਤੇ ਸੋਹਣਾ ਵੀ ਹੈ। ਇਹ ਸੁਣ ਕੇ ਦਲਬੀਰ ਦੀਆਂ ਅੱਖਾਂ ਨਮ ਹੋ ਗਈਆਂ ਤੇ ਉਹ ਬਾਹਰ ਚਲਾ ਗਿਆ। ਪਰ ਇਹ ਸੱਚ ਸੀ ਕਿ ਰਮਨ ਕਾਲਜ ਦੇ ਇੱਕ ਮੁੰਡੇ ਨਾਲ ਪਿਆਰ ਕਰਦੀ ਸੀ। ਕਾਲਜ ਵਿੱਚ ਕੁਝ ਦਿਨਾਂ ਉਹਨਾਂ ਦੀਆਂ ਮੁਲਾਕਾਤ ਹੋਈ। ਫੋਨ ਨੰਬਰਾਂ ਦੀ ਅਦਲਾ ਬਦਲੀ ਕੀਤੀ ਤੇ ਫਿਰ ਉਹ ਦੋਵੇਂ ਇੱਕ ਦੂਜੇ ਦੇ ਪਿਆਰ ਵਿੱਚ ਪੈ ਗਏ। ਰਮਨ ਅਜੇ ਵੀ ਆਪਣੀ ਕਿਸਮਤ 'ਤੇ ਰੋ ਰਹੀ ਸੀ। ਕੁਝ ਸਮੇਂ ਬਾਅਦ ਦਲਬੀਰ ਕਮਰੇ ਵਿੱਚ ਵਾਪਸ ਆਇਆ। ਉਸ ਦੀਆਂ ਅੱਖਾਂ ਥੋੜ੍ਹੀਆਂ ਸੁੱਜੀਆਂ ਹੋਈਆਂ ਸਨ ਤੇ ਸਾਰਾ ਚਿਹਰਾ ਪਾਣੀ ਨਾਲ ਭਿੱਜਿਆ ਹੋਇਆ ਸੀ। ਲੱਗਦਾ ਉਹ ਰੋ ਕੇ ਆਇਆ ਸੀ। ਦਲਬੀਰ ਨੇ ਇੱਕ ਚਾਦਰ ਲਈ ਤੇ ਉਹ ਥੱਲੇ ਵਿਛਾ ਕੇ ਸੌਂ ਗਿਆ। ਰਮਨ ਵੀ ਆਪਣੇ ਕੱਪੜੇ ਬਦਲੇ ਤੇ ਉਹ ਬੈੱਡ ਤੇ ਸੌਂ ਗਈ। ਕਾਫੀ ਦਿਨ ਇਸੇ ਤਰ੍ਹਾਂ ਲੰਘ ਗਏ। ਨਾ ਤਾਂ ਦਲਬੀਰ ਨੇ ਰਮਨ ਨੂੰ ਬੁਲਾਇਆ ਤੇ ਨਾ ਰਮਨ ਨੇ ਉਸ ਨੂੰ ਬੁਲਾਇਆ। ਦਲਬੀਰ ਸਵੇਰ ਹੁੰਦੇ ਹੀ ਖੇਤ ਨੂੰ ਚਲਾ ਜਾਂਦਾ ਤੇ ਸ਼ਾਮ ਨੂੰ ਥੱਕ ਕੇ ਖੇਤਾਂ ਤੋਂ ਜਦੋਂ ਉਹ ਘਰ ਵਾਪਸ ਆਉਂਦਾ ਤਾਂ ਉਸ ਦੇ ਕੱਪੜੇ ਚਿੱਕੜ ਤੇ ਖਾਦ ਨਾਲ ਗੰਦੇ ਹੁੰਦੇ ਤੇ ਉਸ ਦਾ ਸਾਰਾ ਸਰੀਰ ਪਸੀਨੇ ਨਾਲ ਭਿੱਜਿਆ ਹੁੰਦਾ, ਜਿਸ ਨੂੰ ਵੇਖ ਕੇ ਰਮਨ ਉਸ ਨਾਲ ਹੋਰ ਨਫ਼ਰਤ ਕਰਦੀ ਸੀ। ਰਮਨ ਉਸ ਨੂੰ ਬਹੁਤ ਗੁੱਸੇ ਨਾਲ ਵੇਖਦੀ ਤੇ ਵੇਖਣ ਤੋਂ ਬਾਅਦ ਮੂੰਹ ਫੇਰ ਲੈਂਦੀ ਸੀ। ਦਲਬੀਰ ਉਸ ਨੂੰ ਵੇਖ ਕੇ ਕਮਰੇ ਵਿੱਚ ਚਲਾ ਜਾਂਦਾ ਸੀ ਤੇ ਨਹਾ ਕੇ ਵਾਪਸ ਆ ਜਾਂਦਾ ਸੀ। ਰਮਨ ਦੀ ਮਜਬੂਰੀ ਸੀ ਕਿ ਉਹ ਸਾਰਿਆਂ ਨਾਲ ਬੈਠ ਕੇ ਰੋਟੀ ਖਾਣੀ ਪੈਂਦੀ ਸੀ। ਉਸ ਦੇ ਸਹੁਰੇ ਘਰ ਸਾਰੇ ਇਕੱਠੇ ਬੈਠ ਕੇ ਖਾਣਾ ਖਾਂਦੇ ਸਨ, ਜੋ ਉਸ ਨੂੰ ਬਿਲਕੁਲ ਪਸੰਦ ਨਹੀਂ ਸੀ। ਉਹ ਅੱਧੀ ਰੋਟੀ ਖਾ ਕੇ ਉੱਠ ਜਾਂਦੀ ਸੀ। ਦਲਬੀਰ ਇਹ ਗੱਲ ਸਮਝ ਗਿਆ ਕਿ ਰਮਨ ਮੇਰੇ ਨਾਲ ਬੈਠ ਕੇ ਖਾਣਾ ਨਹੀਂ ਖਾ ਪਾਉਂਦੀ। ਇਸ ਲਈ ਹੁਣ ਦਲਬੀਰ ਅੱਧੀ ਰੋਟੀ ਖਾ ਕੇ ਉੱਠ ਜਾਂਦਾ ਕਿ ਰਮਨ ਰੱਜ ਕੇ ਖਾਣਾ ਖਾ ਲਵੇ। ਪਰ ਰਮਨ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਦਲਬੀਰ ਸਾਰੇ ਦਿਨ ਦਾ ਥੱਕਿਆ ਹੋਇਆ ਹੈ ਤੇ ਇੰਨੀ ਮਿਹਨਤ ਕਰਨ ਤੋਂ ਬਾਅਦ ਵੀ ਉਸ ਨੂੰ ਖਾਣਾ ਪੂਰਾ ਨਹੀਂ ਮਿਲਦਾ ਹੈ। ਉਹ ਤਾਂ ਸਾਰਾ ਦਿਨ ਆਪਣੀਆਂ ਅਧੂਰੀਆਂ ਇੱਛਾਵਾਂ ਬਾਰੇ ਸੋਚਦੀ ਰਹਿੰਦੀ ਤੇ ਆਪਣੇ ਪਿਆਰ ਰਾਹੁਲ ਬਾਰੇ ਸੋਚਦੀ ਰਹਿੰਦੀ ਸੀ। ਰਮਨ ਕੋਲ ਜਿਹੜਾ ਫੋਨ ਸੀ ਉਹ ਉਸ ਦੀ ਮੰਮੀ ਨੇ ਵਾਪਸ ਲੈ ਲਿਆ ਸੀ ਕਿਉਂਕਿ ਇੱਥੇ ਨੂੰਹਾਂ ਧੀਆਂ ਨੂੰ ਫੋਨ ਰੱਖਣ ਦਾ ਰਿਵਾਜ ਨਹੀਂ ਸੀ। ਜਦੋਂ ਰਮਨ ਤੋਂ ਰਿਹਾ ਨਾ ਗਿਆ ਤਾਂ ਉਸਨੇ ਸਾਰੀ ਸ਼ਰਮ ਲਾ ਕੇ ਦਲਬੀਰ ਤੋਂ ਫੋਨ ਮੰਗਿਆ ਤੇ ਕਿਹਾ ਕਿ ਮੈਂ ਰਾਹੁਲ ਨਾਲ ਗੱਲ ਕਰਨਾ ਚਾਹੁੰਦੀ ਹਾਂ। ਰਮਨ ਦੀ ਗੱਲ ਸੁਣ ਕੇ ਦਲਬੀਰ ਹੈਰਾਨੀ ਨਾਲ ਉਸਦੇ ਵੱਲ ਵੇਖਣ ਲੱਗ ਪਿਆ।
ਪਰ ਰਮਨ ਦੀ ਬੇਸ਼ਰਮੀ ਬਹੁਤ ਜ਼ਿਆਦਾ ਵੱਧ ਚੁੱਕੀ ਸੀ। ਉਸਨੇ ਦਲਬੀਰ ਦੇ ਹੱਥੋਂ ਫੋਨ ਖੋਹ ਲਿਆ ਤੇ ਰਾਹੁਲ ਦਾ ਨੰਬਰ ਡਾਇਲ ਕਰਕੇ ਗੱਲ ਕਰਨ ਲੱਗੀ। ਜਦੋਂ ਉਸਨੇ ਰਾਹੁਲ ਨਾਲ ਗੱਲ ਕੀਤੀ ਤਾਂ ਉਹ ਵੀ ਉਸ ਤੋਂ ਬਿਨਾਂ ਬਹੁਤ ਪਰੇਸ਼ਾਨ ਸੀ। ਰਮਨ ਨੇ ਰੋਂਦੇ ਹੋਏ ਉਸਨੂੰ ਸਭ ਕੁਝ ਦੱਸ ਦਿੱਤਾ। ਦਲਬੀਰ ਵੀ ਉਸਦੇ ਕੋਲ ਖੜਾ ਸੀ। ਉਸਨੂੰ ਰਮਨ ਤੋਂ ਇਹ ਉਮੀਦ ਨਹੀਂ ਸੀ। ਦਲਬੀਰ ਚੁੱਪ-ਚਾਪ ਆਪਣੀ ਚਾਦਰ ਜ਼ਮੀਨ ਤੇ ਵਿਛਾ ਕੇ ਲੇਟ ਗਿਆ। ਹੁਣ ਇਹ ਰਮਨ ਦਾ ਰੋਜ਼ ਦਾ ਕੰਮ ਬਣ ਗਿਆ ਸੀ। ਉਹ ਦਲਬੀਰ ਤੋਂ ਫੋਨ ਲੈਂਦੀ ਤੇ ਰਾਹੁਲ ਨਾਲ ਗੱਲ ਕਰਨ ਲੱਗ ਪੈਂਦੀ। ਰਾਹੁਲ ਉਸਨੂੰ ਅਜੇ ਵੀ ਅਪਣਾਉਣ ਲਈ ਤਿਆਰ ਸੀ। ਇੱਕ ਦਿਨ ਉਹਨਾਂ ਦੇ ਕਮਰੇ ਅੰਦਰ ਨੈਟਵਰਕ ਨਹੀਂ ਆ ਰਿਹਾ ਸੀ, ਇਸ ਲਈ ਰਮਨ ਗੱਲ ਕਰਨ ਲਈ ਕਮਰੇ ਤੋਂ ਬਾਹਰ ਆ ਗਈ। ਸਾਰੇ ਸੁੱਤੇ ਹੋਏ ਸਨ ਤੇ ਦਲਬੀਰ ਵੀ ਸੁੱਤਾ ਪਿਆ ਸੀ। ਰਮਨ ਬਾਹਰ ਖੜੀ ਰਾਹੁਲ ਨਾਲ ਗੱਲ ਕਰ ਰਹੀ ਸੀ ਤਾਂ ਅਚਾਨਕ ਉਸ ਦੇ ਦਿਓਰ ਨੇ ਪਿੱਛੇ ਤੋਂ ਆ ਕੇ ਉਸ ਤੋਂ ਫੋਨ ਖੋਹ ਕੇ ਕਿਹਾ, ਬੇਸ਼ਰਮ ਔਰਤ, ਆਪਣੇ ਪਤੀ ਦੇ ਹੁੰਦੇ ਹੋਏ ਯਾਰ ਬਣਾ ਲਿਆ। ਤੈਨੂੰ ਸ਼ਰਮ ਨਹੀਂ ਆਉਂਦੀ ਹੈ? ਪਤਾ ਨਹੀਂ ਕਦੋਂ ਤੋਂ ਉਹ ਰਮਨ ਦੀ ਗੱਲ ਸੁਣ ਰਿਹਾ ਸੀ। ਉਹ ਰਮਨ ਨਾਲ ਉੱਚੀ-ਉੱਚੀ ਝਗੜਾ ਕਰਨ ਲੱਗ ਪਿਆ। ਹੌਲੀ-ਹੌਲੀ ਸਾਰੇ ਜਣੇ ਉੱਠ ਕੇ ਕਮਰੇ ਤੋਂ ਬਾਹਰ ਆ ਗਏ ਤੇ ਦਲਬੀਰ ਵੀ ਅੱਖਾਂ ਰਗੜਦਾ ਹੋਇਆ ਆ ਗਿਆ ਤੇ ਉੱਚੀ ਆਵਾਜ਼ ਵਿੱਚ ਬੋਲਿਆ, ਕੀ ਗੱਲ ਹੈ, ਰਾਤ ਨੂੰ ਇੰਨੀ ਉੱਚੀ ਕਿਉਂ ਰੌਲਾ ਪਾ ਰਿਹਾ ਹੈ? ਉਸਦੇ ਦਿਓਰ ਨੇ ਸਾਰਿਆਂ ਦੇ ਸਾਹਮਣੇ ਰਮਨ ਦੀ ਪੋਲ ਖੋਲ੍ਹ ਦਿੱਤੀ। ਸਾਰੇ ਰਮਨ ਵੱਲ ਹੈਰਾਨੀ ਨਾਲ ਦੇਖਣ ਲੱਗੇ, ਪਰ ਰਮਨ ਮਨ ਹੀ ਮਨ ਬਹੁਤ ਖੁਸ਼ ਸੀ ਕਿ ਸਾਰਿਆਂ ਨੂੰ ਸੱਚਾਈ ਪਤਾ ਲੱਗ ਗਈ। ਹੁਣ ਉਹ ਉਸਨੂੰ ਉਸਦੇ ਘਰ ਭੇਜ ਦੇਣਗੇ ਤੇ ਫਿਰ ਉਹ ਰਾਹੁਲ ਨਾਲ ਵਿਆਹ ਕਰਵਾ ਲਵੇਗੀ। ਪਰ ਅਜਿਹਾ ਕੁਝ ਵੀ ਨਹੀਂ ਹੋਇਆ, ਕਿਉਂਕਿ ਦਲਬੀਰ ਨੇ ਆਪਣੇ ਹੀ ਭਰਾ ਨੂੰ ਝੂਠਾ ਸਾਬਤ ਕਰ ਦਿੱਤਾ ਤੇ ਕਿਹਾ, ਮੈਨੂੰ ਮੇਰੀ ਪਤਨੀ ਤੇ ਪੂਰਾ ਵਿਸ਼ਵਾਸ ਹੈ ਕਿ ਉਹ ਅਜਿਹਾ ਕੁਝ ਨਹੀਂ ਕਰੇਗੀ ਤੇ ਉਹ ਆਪਣੀ ਸਹੇਲੀ ਨਾਲ ਗੱਲ ਕਰਦੀ ਹੈ। ਉਸਨੇ ਮੈਨੂੰ ਪਹਿਲਾਂ ਹੀ ਦੱਸ ਦਿੱਤਾ ਸੀ। ਇਹ ਕਹਿ ਕੇ ਦਲਬੀਰ ਨੇ ਸਾਰੀ ਗੱਲ ਖਤਮ ਕਰ ਦਿੱਤੀ ਤੇ ਸਾਰੇ ਆਪਣੇ ਕਮਰੇ ਵਿੱਚ ਚਲੇ ਗਏ। ਰਮਨ ਤੇ ਦਲਬੀਰ ਵੀ ਆਪਣੇ ਕਮਰੇ ਵਿੱਚ ਆ ਗਏ ਤੇ ਜਿਵੇਂ ਹੀ ਰਮਨ ਕਮਰੇ ਵਿੱਚ ਦਾਖਲ ਹੋਈ ਤਾਂ ਦਲਬੀਰ ਨਾਲ ਲੜਨਾ ਸ਼ੁਰੂ ਕਰ ਦਿੰਦੀ ਹੈ, ਕਿਉਂਕਿ ਹੁਣ ਉਸਨੂੰ ਦਲਬੀਰ ਤੋਂ ਹੋਰ ਵੀ ਜ਼ਿਆਦਾ ਗੁੱਸਾ ਆ ਰਿਹਾ ਸੀ। ਰਮਨ ਕਹਿਣ ਲੱਗੀ ਕਿ ਮੇਰਾ ਰਸਤਾ ਸਾਫ਼ ਹੋ ਰਿਹਾ ਸੀ। ਤੁਸੀਂ ਸਭ ਜਾਣਦੇ ਹੋ ਕਿ ਮੈਂ ਕਿਸ ਨਾਲ ਗੱਲਾਂ ਕਰ ਰਹੀ ਸੀ। ਫਿਰ ਤੁਸੀਂ ਝੂਠ ਕਿਉਂ ਬੋਲਿਆ? ਅੱਜ ਸਾਰਿਆਂ ਨੂੰ ਪਤਾ ਲੱਗ ਜਾਣਾ ਸੀ। ਤੁਸੀਂ ਮੈਨੂੰ ਇਸ ਘਰੋਂ ਕੱਢ ਸਕਦੇ ਸੀ। ਫਿਰ ਤਾਂ ਮੇਰੇ ਮਾਤਾ-ਪਿਤਾ ਨੂੰ ਮਜਬੂਰ ਹੋ ਕੇ ਮੇਰਾ ਵਿਆਹ ਰਾਹੁਲ ਨਾਲ ਕਰਨਾ ਪੈਣਾ ਸੀ, ਪਰ ਤੁਸੀਂ ਆਪਣੀ ਬਕਵਾਸ ਨਾਲ ਮੇਰਾ ਰਸਤਾ ਬੰਦ ਕਰ ਦਿੱਤਾ। ਤੁਸੀਂ ਮੈਨੂੰ ਛੱਡ ਕਿਉਂ ਨਹੀਂ ਦਿੰਦੇ? ਦਲਬੀਰ ਨੇ ਕਿਹਾ, ਜੇਕਰ ਮੈਂ ਤੈਨੂੰ ਛੱਡ ਵੀ ਦੇਵਾਂ ਤਾਂ ਵੀ ਮੈਂ ਤੇਰੇ ਤੇ ਕੋਈ ਇਲਜ਼ਾਮ ਨਹੀਂ ਬਰਦਾਸ਼ਤ ਕਰ ਸਕਦਾ, ਕਿਉਂਕਿ ਤੁਹਾਡੀ ਤੇ ਮੰਮੀ ਪਾਪਾ ਦੀ ਇੱਜ਼ਤ ਮੇਰੀ ਵੀ ਇੱਜ਼ਤ ਹੈ। ਰਹੀ ਗੱਲ ਛੱਡਣ ਦੀ, ਤਾਂ ਜੇਕਰ ਉਹ ਮੁੰਡਾ ਤੁਹਾਨੂੰ ਇੱਜ਼ਤ ਨਾਲ ਅਪਣਾਉਣ ਲਈ ਤਿਆਰ ਹੈ ਤਾਂ 2-3 ਦਿਨਾਂ ਬਾਅਦ ਮੈਂ ਤੁਹਾਨੂੰ ਖੁਦ ਉਸਦੇ ਕੋਲ ਲੈ ਕੇ ਜਾਵਾਂਗਾ। ਉਸ ਨਾਲ ਗੱਲ ਕਰਕੇ ਸਾਰਾ ਦੋਸ਼ ਆਪਣੇ ਸਿਰ ਲੈ ਲਵਾਂਗਾ ਤੇ ਤੁਹਾਨੂੰ ਤੁਹਾਡੇ ਘਰ ਛੱਡ ਦਿਆਂਗਾ। ਨਾਲੇ ਮੈਂ ਤਲਾਕ ਦੇ ਕਾਗਜ਼ ਵੀ ਭੇਜ ਦੇਵਾਂਗਾ। ਤੁਸੀਂ ਸ਼ੌਂਕ ਨਾਲ ਵਿਆਹ ਕਰ ਲੈਣਾ ਤੇ ਖੁਸ਼ੀ ਨਾਲ ਉੱਥੇ ਰਹੋ। ਇਹ ਸੁਣ ਕੇ ਰਮਨ ਖੁਸ਼ ਹੋ ਗਈ ਤੇ ਪਹਿਲੀ ਵਾਰ ਦਲਬੀਰ ਲਈ ਉਸ ਦੀਆਂ ਭਾਵਨਾਵਾਂ ਬਦਲੀਆਂ। ਫਿਰ ਉਸਨੇ ਸਾਰੀ ਗੱਲ ਰਾਹੁਲ ਨੂੰ ਦੱਸੀ। ਉਹ ਵੀ ਬਹੁਤ ਖੁਸ਼ ਹੋਇਆ ਤੇ ਕਹਿਣ ਲੱਗਾ, ਰਮਨ, ਤੁਸੀਂ ਸ਼ਹਿਰ ਆ ਜਾਵੋ ਤੇ ਆਪਣੇ ਪਤੀ ਤੋਂ ਤਲਾਕ ਲੈ ਲਵੋ। ਪਹਿਲਾਂ ਅਸੀਂ ਕੋਰਟ ਮੈਰਿਜ ਕਰ ਲਵਾਂਗੇ, ਫਿਰ ਉਸ ਤੋਂ ਬਾਅਦ ਤੁਹਾਡੇ ਮਾਤਾ-ਪਿਤਾ ਸਾਨੂੰ ਮਜਬੂਰੀ ਵਿੱਚ ਅਪਣਾ ਲੈਣਗੇ। ਰਮਨ ਨੇ ਹਾਂ ਕਰ ਦਿੱਤੀ ਤੇ 2-3 ਦਿਨਾਂ ਬਾਅਦ ਦਲਬੀਰ ਦੇ ਨਾਲ ਰਮਨ ਰਾਹੁਲ ਦੇ ਦੱਸੇ ਪਤੇ ਤੇ ਸ਼ਹਿਰ ਪਹੁੰਚ ਗਈ। ਉੱਥੇ ਪਹੁੰਚ ਕੇ ਰਮਨ ਨੇ ਦਲਬੀਰ ਨੂੰ ਕਿਹਾ, ਹੁਣ ਤੁਸੀਂ ਜਾ ਕੇ ਮੈਨੂੰ ਤਲਾਕ ਦੇ ਕਾਗਜ਼ ਭੇਜ ਦੇਣਾ। ਅੱਜ ਤੋਂ ਤੁਹਾਡਾ ਤੇ ਮੇਰਾ ਕੋਈ ਰਿਸ਼ਤਾ ਨਹੀਂ ਹੈ। ਮੈਂ ਰਾਹੁਲ ਨਾਲ ਵਿਆਹ ਕਰਾਂਗੀ। ਦਲਬੀਰ ਨੇ ਕਿਹਾ ਕਿ 1-2 ਦਿਨਾਂ ਤੱਕ ਮੈਂ ਇਸ ਪਤੇ ਤੇ ਤਲਾਕ ਦੇ ਕਾਗਜ਼ ਭੇਜ ਦੇਵਾਂਗਾ ਤੇ ਉਹ ਉੱਥੋਂ ਚਲਾ ਗਿਆ। ਰਮਨ ਨੇ ਰਾਹੁਲ ਦੇ ਘਰ ਦਾ ਦਰਵਾਜ਼ਾ ਖੜਕਾਇਆ ਤਾਂ ਰਾਹੁਲ ਨੇ ਦਰਵਾਜ਼ਾ ਖੋਲ੍ਹਿਆ। ਉਸ ਨੂੰ ਵੇਖ ਕੇ ਰਾਹੁਲ ਬਹੁਤ ਖੁਸ਼ ਹੋ ਗਿਆ। ਜਦੋਂ ਰਮਨ ਘਰ ਦੇ ਅੰਦਰ ਗਈ ਤਾਂ ਉੱਥੇ ਹੋਰ ਕੋਈ ਨਹੀਂ ਸੀ, ਜਦਕਿ ਰਾਹੁਲ ਨੇ ਰਮਨ ਨੂੰ ਕਿਹਾ ਸੀ ਕਿ ਮੈਂ ਸਾਰਿਆਂ ਨੂੰ ਦੱਸ ਦਿੱਤਾ ਹੈ। ਰਮਨ ਨੇ ਉਸ ਨੂੰ ਪੁੱਛਿਆ ਕਿ ਤੁਹਾਡੇ ਪਰਿਵਾਰ ਦੇ ਮੈਂਬਰ ਕਿੱਥੇ ਹਨ? ਤਾਂ ਰਾਹੁਲ ਨੇ ਕਿਹਾ, ਕਮਰੇ ਦੇ ਅੰਦਰ ਤਾਂ ਚੱਲੋ, ਫਿਰ ਗੱਲ ਕਰਦੇ ਹਾਂ। ਉਹਨਾਂ ਨੇ ਬਹੁਤ ਗੱਲਾਂ ਕੀਤੀਆਂ। ਫਿਰ ਰਾਹੁਲ ਨੇ ਆਪਣੀ ਫੋਟੋ ਰਮਨ ਦੇ ਨਾਲ ਲਈ ਤੇ ਕਿਸੇ ਨੂੰ ਭੇਜਣ ਲੱਗਾ। ਜਦੋਂ ਰਮਨ ਨੇ ਉਸ ਨੂੰ ਪੁੱਛਿਆ ਕਿ ਤੁਸੀਂ ਕਿਸ ਨੂੰ ਭੇਜ ਰਹੇ ਹੋ ਤਾਂ ਉਸਨੇ ਕਿਹਾ, ਤੇਰੇ ਦਿਓਰ ਨੂੰ। ਇਹ ਕਹਿ ਕੇ ਉਹ ਨਹਾਉਣ ਚਲਾ ਗਿਆ ਤੇ ਫੋਨ ਉੱਥੇ ਰੱਖ ਗਿਆ। ਕੁਝ ਦੇਰ ਬਾਅਦ ਉਸਨੇ ਫੋਨ ਤੇ ਉਸੇ ਨੰਬਰ ਤੋਂ ਮੈਸੇਜ ਆਇਆ ਜਿਸ ਤੇ ਉਸਨੇ ਫੋਟੋ ਭੇਜੀ ਸੀ। ਉਹ ਮੈਸੇਜ ਰਮਨ ਨੇ ਦੇਖਿਆ ਤਾਂ ਲਿਖਿਆ ਸੀ ਕਿ ਕੁੜੀ ਕਮਾਲ ਦੀ ਹੈ, ਪਰ ਮੈਂ ਇਸ ਦੀ ਕੀਮਤ 2 ਲੱਖ ਰੁਪਏ ਅਦਾ ਕਰਾਂਗਾ। ਇਹ ਪੜ੍ਹਦਿਆਂ ਹੀ ਰਮਨ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਇਸ ਤੋਂ ਪਹਿਲਾਂ ਕਿ ਕੋਈ ਹਾਦਸਾ ਵਾਪਰ ਜਾਂਦਾ, ਰਮਨ ਉੱਥੋਂ ਭੱਜ ਗਈ ਤੇ ਰੋਂਦੀ ਰੋਂਦੀ ਆਪਣੇ ਸਹੁਰੇ ਘਰ ਪਹੁੰਚ ਗਈ। ਰਮਨ ਨੂੰ ਵੇਖ ਕੇ ਦਲਬੀਰ ਚੌਂਕ ਗਿਆ ਤੇ ਕਹਿਣ ਲੱਗਾ, ਕਹਿ ਤਾਂ ਦਿੱਤਾ ਸੀ ਤਲਾਕ ਦੇ ਕਾਗਜ਼ ਭੇਜ ਦੇਵਾਂਗਾ, ਫਿਰ ਤੁਸੀਂ ਇੱਥੇ ਕੀ ਲੈਣ ਆਏ ਹੋ?
ਰਮਨ ਨੇ ਨਾ ਚਾਹੁੰਦੇ ਹੋਏ ਵੀ ਦਲਬੀਰ ਨੂੰ ਸਾਰੀ ਗੱਲ ਦੱਸ ਦਿੱਤੀ। ਦਲਬੀਰ ਨੇ ਸਾਰੀ ਗੱਲ ਸੁਣ ਕੇ ਕੁਝ ਨਹੀਂ ਕਿਹਾ। ਰਮਨ ਉਸਦੇ ਸਾਹਮਣੇ ਆਪਣੇ ਆਪ ਨੂੰ ਬਹੁਤ ਛੋਟਾ ਮਹਿਸੂਸ ਕਰ ਰਹੀ ਸੀ। ਥੋੜੀ ਦੇਰ ਬਾਅਦ ਰਾਤ ਹੋ ਗਈ। ਦਲਬੀਰ ਆਪਣੀ ਚਾਦਰ ਵਿਛਾ ਕੇ ਹਮੇਸ਼ਾ ਦੀ ਤਰ੍ਹਾਂ ਸੌਂ ਗਿਆ, ਪਰ ਅੱਜ ਰਮਨ ਨੂੰ ਨੀਂਦ ਨਹੀਂ ਆ ਰਹੀ ਸੀ। ਉਹ ਸਾਰੀ ਰਾਤ ਰੋਂਦੀ ਰਹੀ ਤੇ ਦਲਬੀਰ ਨਾਲ ਕੀਤਾ ਗੰਦਾ ਵਿਵਹਾਰ ਉਸ ਨੂੰ ਅਹਿਸਾਸ ਕਰਵਾ ਰਿਹਾ ਸੀ ਕਿ ਕੁਝ ਸਮੇਂ ਬਾਅਦ ਰਾਹੁਲ ਦਾ ਕਾਲ ਆਇਆ ਤਾਂ ਰਮਨ ਨੇ ਕਾਲ ਨਹੀਂ ਚੁੱਕਿਆ ਤੇ ਉਸ ਦਾ ਨੰਬਰ ਬਲੌਕ ਕਰ ਦਿੱਤਾ। ਸਵੇਰ ਹੋਈ ਤਾਂ ਰਮਨ ਨੇ ਦੇਖਿਆ ਕਿ ਦਲਬੀਰ ਆਪਣੇ ਬਿਸਤਰੇ ਤੇ ਨਹੀਂ ਸੀ, ਕਿਉਂਕਿ ਰਾਤ ਨੂੰ ਰਮਨ ਨੇ ਸੋਚਿਆ ਸੀ ਕਿ ਸਵੇਰੇ ਉੱਠਦਿਆਂ ਹੀ ਮੈਂ ਦਲਬੀਰ ਤੋਂ ਮਾਫੀ ਮੰਗ ਲਵਾਂਗੀ, ਉਸ ਨੂੰ ਅਪਣਾ ਲਵਾਂਗੀ, ਕਿਉਂਕਿ ਦਲਬੀਰ ਨਾਲੋਂ ਜ਼ਿਆਦਾ ਉਸ ਨੂੰ ਵੱਧ ਪਿਆਰ ਤੇ ਖੁਸ਼ ਕੋਈ ਨਹੀਂ ਰੱਖ ਸਕਦਾ ਸੀ। ਇਹ ਗੱਲ ਰਮਨ ਨੂੰ ਸਮਝ ਆ ਗਈ ਸੀ, ਕਿਉਂਕਿ ਬੰਦੇ ਦੀ ਖੂਬਸੂਰਤੀ ਉਸਦੇ ਚੰਗੇ ਵਿਵਹਾਰ ਤੋਂ ਹੀ ਹੁੰਦੀ ਹੈ ਤੇ ਦਲਬੀਰ ਦਾ ਵਿਵਹਾਰ ਬਹੁਤ ਵਧੀਆ ਸੀ। ਸ਼ਾਮ ਨੂੰ ਦਲਬੀਰ ਘਰ ਆਇਆ। ਰਮਨ ਨੇ ਦਲਬੀਰ ਤੋਂ ਫਿਰ ਮਾਫੀ ਮੰਗੀ। ਉਹ ਬਹੁਤ ਰੋਈ, ਪਰ ਦਲਬੀਰ ਨੇ ਉਸ ਨੂੰ ਕੁਝ ਨਹੀਂ ਕਿਹਾ ਤੇ ਕੁਝ ਕਾਗਜ਼ ਦਿੱਤੇ ਤੇ ਕਿਹਾ, ਇਸ ਨੂੰ ਪੜ੍ਹ ਕੇ ਦਸਤਖਤ ਕਰ ਦੇਣਾ। ਰਮਨ ਨੇ ਕਿਹਾ, ਮੈਂ ਤਲਾਕ ਨਹੀਂ ਲੈਣਾ ਚਾਹੁੰਦੀ ਹਾਂ, ਮੈਨੂੰ ਮਾਫ ਕਰ ਦਿਓ, ਮੈਂ ਤੁਹਾਡੇ ਨਾਲ ਹਮੇਸ਼ਾ ਰਹਿਣਾ ਚਾਹੁੰਦੀ ਹਾਂ। ਪਰ ਦਲਬੀਰ ਕੁਝ ਨਹੀਂ ਬੋਲਿਆ ਤੇ ਉਹ ਉੱਥੋਂ ਚਲਾ ਗਿਆ। ਉਹ ਰੋਂਦੀ ਰਹੀ ਤੇ ਸੋਚਣ ਲੱਗੀ, ਰਾਤ ਨੂੰ ਦੁਬਾਰਾ ਮਾਫੀ ਮੰਗਾਂਗੀ। ਦਲਬੀਰ ਕੁਝ ਦੇਰ ਬਾਅਦ ਕਮਰੇ ਵਿੱਚ ਆਇਆ ਤੇ ਆਪਣੀ ਚਾਦਰ ਲੈ ਕੇ ਹੇਠਾਂ ਸੌਣ ਲੱਗਾ। ਰਮਨ ਨੇ ਉਸ ਨੂੰ ਰੋਕਿਆ ਤੇ ਕਿਹਾ, ਤੁਹਾਡੀ ਜਗ੍ਹਾ ਹੇਠਾਂ ਨਹੀਂ ਉੱਪਰ ਬੈੱਡ ਤੇ ਹੈ। ਉਹ ਦਲਬੀਰ ਦੇ ਪੈਰਾਂ ਨੂੰ ਫੜ ਕੇ ਰੋਣ ਲੱਗ ਪਈ ਤੇ ਕਹਿਣ ਲੱਗੀ, ਮੈਨੂੰ ਤਲਾਕ ਨਹੀਂ ਚਾਹੀਦਾ, ਮੈਂ ਤੁਹਾਨੂੰ ਛੱਡਣਾ ਨਹੀਂ ਚਾਹੁੰਦੀ, ਮੈਂ ਬਹੁਤ ਵੱਡੀ ਗਲਤੀ ਕੀਤੀ ਹੈ, ਤੁਸੀਂ ਮੈਨੂੰ ਝਿੜਕ ਲਵੋ, ਗੁੱਸਾ ਕਰ ਲਓ, ਪਰ ਮੈਨੂੰ ਮਾਫ ਕਰ ਦਿਓ। ਦਲਬੀਰ ਨੇ ਕਿਹਾ, ਜੇ ਉਹ ਪੇਪਰ ਪੜ੍ਹਿਆ ਹੁੰਦਾ ਤਾਂ ਇਸ ਤਰ੍ਹਾਂ ਰੋਂਦੀ ਨਾ। ਰਮਨ ਨੇ ਉੱਠ ਕੇ ਬੈੱਡ ਤੇ ਰੱਖਿਆ ਪੇਪਰ ਪੜ੍ਹਿਆ ਤਾਂ ਉਹ ਜ਼ਮੀਨ ਤੇ ਕਾਗਜ਼ ਸੀ, ਜਿਸ ਵਿੱਚ ਦਲਬੀਰ ਨੇ ਕੁਝ ਜ਼ਮੀਨ ਰਮਨ ਦੇ ਨਾਂ ਤੇ ਕੁਝ ਆਪਣੀ ਮਾਂ ਦੇ ਨਾਂ ਕਰਨ ਲੱਗਾ ਸੀ। ਰਮਨ ਬਹੁਤ ਹੈਰਾਨ ਰਹਿ ਗਈ, ਕੋਈ ਵਿਅਕਤੀ ਇੰਨਾ ਚੰਗਾ ਕਿਵੇਂ ਹੋ ਸਕਦਾ ਹੈ, ਪਰ ਉਹ ਸੋਚ ਰਹੀ ਸੀ ਕਿ ਦਲਬੀਰ ਆਪਣੀ ਜ਼ਮੀਨ ਉਸਦੇ ਨਾਮ ਕਿਉਂ ਕਰ ਰਿਹਾ ਹੈ। ਜਦੋਂ ਰਮਨ ਨੇ ਉਸ ਨੂੰ ਪੁੱਛਿਆ ਤਾਂ ਉਸਨੇ ਕਿਹਾ, ਮੈਂ ਕੱਲ ਕਿਸੇ ਕੰਮ ਲਈ ਸ਼ਹਿਰ ਜਾ ਰਿਹਾ ਹਾਂ, ਉੱਥੋਂ ਆ ਕੇ ਸਭ ਕੁਝ ਦੱਸਾਂਗਾ। ਦਲਬੀਰ ਨੇ ਰਮਨ ਦੇ ਦਸਤਖਤ ਉਹਨਾਂ ਕਾਗਜ਼ਾਂ ਤੇ ਲੈ ਕੇ ਸਵੇਰੇ ਸ਼ਹਿਰ ਚਲਾ ਗਿਆ। ਰਮਨ ਨੇ 2-3 ਦਿਨ ਦਲਬੀਰ ਦਾ ਇੰਤਜ਼ਾਰ ਬੜੀ ਬੇਸਬਰੀ ਨਾਲ ਕੀਤਾ, ਪਰ ਉਹ ਵਾਪਸ ਨਹੀਂ ਆਇਆ ਤੇ ਚੌਥੇ ਦਿਨ ਦਲਬੀਰ ਦਾ ਦੋਸਤ ਉਸ ਦਾ ਮ੍ਰਿਤਕ ਸਰੀਰ ਘਰ ਲੈ ਕੇ ਆਇਆ। ਇਹ ਵੇਖ ਕੇ ਘਰ ਵਿੱਚ ਸ਼ੋਕ ਦੀ ਲਹਿਰ ਚੱਲ ਗਈ। ਰਮਨ ਇਹ ਦੇਖ ਕੇ ਬੇਹੋਸ਼ ਹੋ ਗਈ ਸੀ, ਕਿਉਂਕਿ ਉਸ ਤੋਂ ਇਹ ਸਦਮਾ ਬਰਦਾਸ਼ਤ ਨਹੀਂ ਹੋ ਸਕਿਆ। ਜਦੋਂ ਉਸ ਨੂੰ ਹੋਸ਼ ਆਈ ਤਾਂ ਉਹ ਉੱਚੀ-ਉੱਚੀ ਰੋਣ ਲੱਗ ਪਈ ਤੇ ਦਲਬੀਰ ਦੇ ਦੋਸਤ ਨੇ ਦੱਸਿਆ ਕਿ ਅਜੇ ਮਹੀਨਾ ਪਹਿਲਾਂ ਹੀ ਦਲਬੀਰ ਨੂੰ ਪਤਾ ਲੱਗਾ ਸੀ ਕਿ ਉਸ ਨੂੰ ਕੈਂਸਰ ਹੈ। ਪਿਛਲੇ ਕੁਝ ਦਿਨਾਂ ਤੋਂ ਪਤਾ ਨਹੀਂ ਉਸ ਨੂੰ ਅੰਦਰੋਂ ਅੰਦਰੀ ਕੀ ਖਾਧੀ ਜਾ ਰਿਹਾ ਸੀ, ਜਿਸ ਕਾਰਨ ਉਹ ਇੰਨੀ ਵੱਡੀ ਬਿਮਾਰੀ ਦਾ ਸ਼ਿਕਾਰ ਹੋ ਗਿਆ ਤੇ ਸਾਨੂੰ ਸਦਾ ਲਈ ਛੱਡ ਗਿਆ। ਇਹ ਸੁਣ ਕੇ ਰਮਨ ਨੂੰ ਹੋਰ ਵੀ ਝਟਕਾ ਲੱਗਾ, ਕਿਉਂਕਿ ਇਹ ਸਭ ਸ਼ਾਇਦ ਉਸ ਦੇ ਕਾਰਨ ਹੋਇਆ ਸੀ। ਜਦੋਂ ਰਮਨ ਨੂੰ 2-3 ਦਿਨਾਂ ਬਾਅਦ ਹੋਸ਼ ਆਇਆ ਤਾਂ ਉਸ ਦੀ ਸੱਸ ਨੇ ਉਸ ਨੂੰ ਇੱਕ ਚਿੱਠੀ ਦਿੱਤੀ ਤੇ ਕਿਹਾ, ਇਹ ਦਲਬੀਰ ਦੇ ਦੋਸਤ ਨੇ ਉਸ ਨੂੰ ਦਿੱਤੀ ਹੈ ਤੇ ਦਲਬੀਰ ਨੇ ਉਸ ਨੂੰ ਇਹ ਤੁਹਾਨੂੰ ਦੇਣ ਲਈ ਕਿਹਾ ਸੀ। ਰਮਨ ਨੇ ਕਿਹਾ, ਮਾਂ ਦਲਬੀਰ ਤਾਂ ਅਨਪੜ੍ਹ ਸੀ, ਫਿਰ ਉਸਨੇ ਚਿੱਠੀ ਕਿਵੇਂ ਲਿਖੀ? ਉਸ ਦੀ ਸੱਸ ਨੇ ਕਿਹਾ, ਦਲਬੀਰ ਬਹੁਤ ਪੜ੍ਹਿਆ ਲਿਖਿਆ ਸੀ, ਉਸਨੇ ਤੈਨੂੰ ਕਦੇ ਦੱਸਿਆ ਨਹੀਂ। ਰਮਨ ਚੁੱਪ ਹੋ ਗਈ, ਕਿਉਂਕਿ ਉਸਨੇ ਕਦੀ ਦਲਬੀਰ ਤੋਂ ਉਸ ਬਾਰੇ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਸੀ। ਉਹ ਭੱਜ ਕੇ ਕਮਰੇ ਦੇ ਅੰਦਰ ਗਈ ਤੇ ਚਿੱਠੀ ਪੜ੍ਹਨ ਲੱਗੀ। ਰਮਨ, ਜਦੋਂ ਮੈਂ ਤੈਨੂੰ ਵਿਆਹ ਵਾਲੇ ਦਿਨ ਵੇਖਿਆ ਤਾਂ ਤੂੰ ਦੁਲਹਨ ਦੇ ਰੂਪ ਵਿੱਚ ਬਹੁਤ ਸੋਹਣੀ ਲੱਗ ਰਹੀ ਸੀ। ਉਸ ਸਮੇਂ ਮੈਨੂੰ ਤੇਰੇ ਨਾਲ ਪਿਆਰ ਹੋ ਗਿਆ ਸੀ ਤੇ ਹਾਂ, ਮੈਂ ਇੱਕ ਪੜ੍ਹਿਆ ਲਿਖਿਆ ਮੁੰਡਾ ਸੀ, ਜੇ ਮੈਂ ਚਾਹੁੰਦਾ ਤਾਂ ਨੌਕਰੀ ਕਰ ਸਕਦਾ ਸੀ, ਪਰ ਮੇਰੇ ਪਿਤਾ ਜੀ ਨੇ ਮੈਨੂੰ ਖੇਤੀ ਕਰਨੀ ਸਿਖਾਈ। ਉਹਨਾਂ ਖੇਤਾਂ ਵਿੱਚ ਆਖਰੀ ਸਾਹ ਲਿਆ ਤੇ ਮੇਰੇ ਤੋਂ ਵਾਅਦਾ ਲਿਆ ਕਿ ਤੁਸੀਂ ਇਸ ਜ਼ਮੀਨ ਨੂੰ ਕਦੇ ਬੰਜਰ ਨਹੀਂ ਹੋਣ ਦੇਵੋਗੇ, ਜਿਸ ਕਰਕੇ ਮੈਂ ਖੇਤੀ ਕਰਦਾ ਸੀ। ਪਰ ਜਦੋਂ ਤੂੰ ਮੈਨੂੰ ਵਿਆਹ ਵਾਲੀ ਰਾਤ ਕਿਹਾ ਕਿ ਮੈਂ ਕਿਸੇ ਹੋਰ ਨੂੰ ਪਿਆਰ ਕਰਦੀ ਹਾਂ ਤਾਂ ਮੈਂ ਪੂਰੀ ਤਰ੍ਹਾਂ ਟੁੱਟ ਗਿਆ ਸੀ। ਮੈਂ ਕਦੇ ਹੰਝੂ ਨਹੀਂ ਵਹਾਏ, ਪਰ ਜਦੋਂ ਤੂੰ ਆਪਣੇ ਪ੍ਰੇਮੀ ਨਾਲ ਅਜਿਹੀਆਂ ਗੱਲਾਂ ਕਰਦੀ ਜਿਸ ਉੱਤੇ ਪਤੀ ਹੋਣ ਦੇ ਨਾਂ ਤੇ ਮੇਰਾ ਹੱਕ ਸੀ, ਤਾਂ ਮੇਰੇ ਤੋਂ ਬਰਦਾਸ਼ਤ ਨਾ ਹੁੰਦਾ ਤੇ ਮੇਰਾ ਦਿਲ ਟੁੱਟ ਜਾਂਦਾ ਤੇ ਮੈਂ ਖੂਨ ਦੇ ਹੰਝੂ ਰੋਂਦਾ ਸੀ। ਤਾਂ ਸ਼ਾਇਦ ਮੈਨੂੰ ਇਹ ਬਿਮਾਰੀ ਲੱਗ ਗਈ ਤੇ ਜਦੋਂ ਮੈਨੂੰ ਪਤਾ ਲੱਗਾ ਤਾਂ ਮੈਂ ਆਪਣੀ ਕੁਝ ਜ਼ਮੀਨ ਤੁਹਾਡੇ ਨਾਮ ਕਰ ਦਿੱਤੀ, ਤਾਂ ਜੋ ਮੇਰੇ ਤੋਂ ਬਾਅਦ ਤੁਹਾਨੂੰ ਕੋਈ ਸਮੱਸਿਆ ਨਾ ਹੋਵੇ। ਤੇ ਹਾਂ, ਤੁਸੀਂ ਹੁਣ ਆਜ਼ਾਦ ਹੋ, ਜਿਸ ਨਾਲ ਚਾਹੋ ਵਿਆਹ ਕਰ ਸਕਦੀ ਹੈ। ਇਹ ਪੜ੍ਹ ਕੇ ਰਮਨ ਬਹੁਤ ਰੋਈ। ਉਸ ਤੋਂ ਬਹੁਤ ਵੱਡੀ ਗਲਤੀ ਹੋਈ ਸੀ, ਉਸਨੇ ਇੱਕ ਚੰਗਾ ਪਤੀ ਗਵਾ ਲਿਆ ਸੀ। ਦੋਸਤੋ, ਕਹਾਣੀ ਵਧੀਆ ਲੱਗੀ ਹੋਵੇ ਤਾਂ ਕਮੈਂਟ ਕਰਕੇ ਜ਼ਰੂਰ ਦੱਸਣਾ। ਹੋਰ ਕਹਾਣੀਆਂ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਧੰਨਵਾਦ ਜੀ ਤੁਹਾਡਾ ਸਾਰਿਆਂ ਦਾ।